ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਯੂਕੇ ਸਿੱਖ ਫੈਡਰੇਸ਼ਨ ਵਧਾਈ ਦੀ ਹੱਕਦਾਰ ਹੈ ਕਿ ਉਹਨਾਂ ਨੇ ਅੱਜ ਇਸ ਜ਼ੂਮ ਕਾਨਫਰੰਸ ਰਾਹੀਂ ਸਾਨੂੰ ਖਾਲਸਾ ਸਾਜਨਾ ਦਿਵਸ ਦੀ 323ਵੀਂ ਵਰ੍ਹੇਗੰਢ ਦੇ ਉੱਤੇ ਆਪਸ ਦੇ ਵਿੱਚ ਜੋੜਿਆ ਔਰ ਅੱਜ ਵਿਚਾਰ ਚਰਚਾ ਦਾ ਮੁੱਖ ਵਿਸ਼ਾ ਰਾਜ ਕਰੇਗਾ ਖਾਲਸਾ ਰੱਖਿਆ ਗਿਆ। ਗੁਰੂ ਨਾਨਕ ਸਾਹਿਬ 1469 ਈਸਵੀ ਵਿੱਚ ਪ੍ਰਕਾਸ਼ਮਾਨ ਹੁੰਦੇ ਨੇ ਔਰ ਗੁਰੂ ਨਾਨਕ ਸਾਹਿਬ ਦੀ ਆਮਦ ਦੇ ਨਾਲ ਉਸ ਧਰਤੀ ਦੇ ਖਿੱਤੇ ਦੇ ਉੱਤੇ ਇੱਕ ਨਵੇਕਲਾ ਪੰਥ, ਜਿਸ ਨੂੰ ਭਾਈ ਗੁਰਦਾਸ ਜੀ ਨੇ ਫਰਮਾਇਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਫਿਰ ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਹੀ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਉਸ ਵੇਲੇ ਦੀਆਂ ਦੋ ਪ੍ਰਮੁੱਖ ਵਿਚਾਰਧਾਰਾਵਾਂ, ਇੱਕ ਪਾਸੇ ਲਗਭਗ 3500 ਸਾਲ ਤੋਂ ਬ੍ਰਾਹਮਣਵਾਦ, ਜਿਸ ਨੇ ਸਮਾਜ ਨੂੰ ਜ਼ਾਤ ਪਾਤੀ ਵਰਣ ਆਸ਼ਰਮ ਸਿਸਟਮ ਦੇ ਨਾਲ ਵੰਡਿਆ, ਊਚ ਨੀਚ ਅਛੂਤ ਸ਼ੂਦਰ, ਇਹ ਸਾਰੇ ਨਵੇਂ ਲਫ਼ਜ਼ ਜਿਹੜੇ ਨੇ ਘੜ ਕੇ ਇਨਸਾਨ ਨੂੰ ਇਨਸਾਨ ਨਾਲੋਂ ਤੋੜਿਆ। ਦੂਸਰੇ ਪਾਸੇ ਵੇਲੇ ਦੇ ਹਾਕਮ, ਬੇਸ਼ੱਕ ਉਹ ਲੋਧੀ ਖਾਨਦਾਨ ਸੀ ਜਾਂ ਬਾਬਰ ਦੇ ਨਾਲ 1526 ਦੇ ਵਿੱਚ ਮੁਗਲ ਸਾਮਰਾਜ ਦੀ ਸ਼ੁਰੂਆਤ ਹੁੰਦੀ ਹੈ, ਉਹਨਾਂ ਨੇ ਰਾਜਸੀ ਤਾਕਤ ਨੂੰ ਇੱਕ ਵਿਚਾਰਧਾਰਾ ਨੂੰ ਪ੍ਰਮੋਟ ਕਰਨ ਦੇ ਲਈ ਵਰਤਣ ਦੀ ਕੋਸ਼ਿਸ਼ ਕੀਤੀ ਔਰ ਜਿਹੜੀ ਹਕੀਕਤ ਇਸ ਸਾਰੇ ਸਿਸਟਮ 'ਚੋਂ ਨਿਕਲੀ, ਭਾਈ ਗੁਰਦਾਸ ਜੀ ਨੇ ਜਦੋਂ ਇਹ ਫਰਮਾਇਆ, ਸੱਚ ਕਿਨਾਰੇ ਰਹਿ ਗਿਆ, ਖਹਿ ਮਰਦੇ ਬਾਹਮਣ ਮੌਲਾਣੇ, ਸਿਰੋਂ ਨਾ ਮਿੱਟੇ ਆਵਣ ਜਾਣੇ, ਕਿ ਸੱਚ ਕੈਜੂਐਲਿਟੀ ਬਣਿਆ। ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਹੀ, ਔਰ ਇਹ ਲਗਭਗ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ 1469 ਤੋਂ 1699 ਤੱਕ 230 ਵਰ੍ਹਿਆਂ ਦਾ ਉਹ ਸਫ਼ਰ, ਜਿਹੜਾ ਉਸ ਧਰਤੀ ਦੇ ਉੱਤੇ ਉਸ ਆਦਰਸ਼ ਇਨਸਾਨ ਨੂੰ ਘੜਿਆ ਗੁਰੂ ਸਾਹਿਬਾਨ ਨੇ, ਜਿਸ ਨੂੰ ਇੱਕ ਅਕਾਲ ਪੁਰਖ ਦੇ ਨਾਲ ਜੋੜਿਆ। ਸਮਾਜਿਕ ਤੌਰ 'ਤੇ ਜੋ ਬ੍ਰਾਹਮਣਵਾਦ ਦੀਆਂ ਪਾਈਆਂ ਹੋਈਆਂ ਵੰਡੀਆਂ ਸੀ, ਉਸ ਨੂੰ ਤੋੜਦਿਆਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ੀਸ਼। ਇਹ ਸਮਾਜ ਦੇ ਵਿੱਚ ਇਕੁਆਲਿਟੀ ਦਾ ਕਾਨਸੈਪਟ, ਆਰਥਿਕ ਤੌਰ ਦੇ ਉੱਤੇ ਜਿੱਥੇ ਵਰਣ ਆਸ਼ਰਮ ਨੇ ਕਿਤੇ ਵੀ ਵੰਡੇ ਹੋਏ ਸਨ ਔਰ ਬ੍ਰਾਹਮਣ ਸਭ ਤੋਂ ਉੱਚੇ ਪਾਇਦਾਨ 'ਤੇ ਬੈਠ ਕੇ ਬਾਕੀ ਸਭ ਦੇ ਹੱਕਾਂ ਨੂੰ ਯੂਸਰਪ ਕਰ ਰਿਹਾ ਸੀ, ਉਹਨਾਂ ਹੱਕਾਂ ਨੂੰ ਉਸਨੇ ਨਿਗਲਿਆ ਹੋਇਆ ਸੀ। ਗੁਰੂ ਸਾਹਿਬ ਨੇ ਕਿਰਤ ਦੇ ਸਿਧਾਂਤ, ਜਿਹੜਾ ਕਿ ਹਰ ਇੱਕ ਦੇ ਉੱਤੇ ਲਾਗੂ ਹੁੰਦਾ ਸੀ, ਇਸ ਦੀ ਐਡਵੋਕੇਸੀ ਕਰਦਿਆਂ ਫਰਮਾਇਆ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇਸ ਗੱਲ ਦਾ ਧਿਆਨ ਰਹੇ ਕਿ ਸਿੱਖ ਰੈਵੋਲੂਸ਼ਨ ਮੁਕੰਮਲ ਤੌਰ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਉੱਤੇ ਖਲੋਤਾ ਹੈ। ਉਹ ਸਿਆਸੀ, ਧਾਰਮਿਕ, ਆਰਥਿਕ ਔਰ ਸਮਾਜ ਦੇ ਹੋਰ ਹਰ ਸ਼ੋਬੇ, ਜੇ ਅੱਜ ਅਸੀਂ ਐਨਵਾਇਰਨਮੈਂਟ ਦੀ ਗੱਲ ਕਰਦੇ ਹਾਂ ਔਰ ਦੂਸਰੇ ਜਿੰਨੇ ਵੀ ਕਾਨਸੈਪਟ ਨੇ, ਜੇ ਅਸੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇਖੀਏ ਤੇ ਉਸ ਦੀਆਂ ਫਾਊਂਡੇਸ਼ਨਸ ਦੇ ਵਿੱਚ ਉਹਨਾਂ ਸਾਰਿਆਂ ਦੇ ਜਵਾਬ ਪਏ ਹੋਏ ਨੇ। ਔਰ ਇਹੀ ਇਨਸਾਨ, ਜਿਸ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੇ ਨਾਲ, ਔਰ ਮੈਂ ਜਿਹੜੇ ਗੁਰਬਾਣੀ ਦੇ ਵਿੱਚ ਖਾਸ ਤੌਰ 'ਤੇ ਜਦੋਂ ਅਸੀਂ ਰਾਮਕਲੀ ਕੀ ਵਾਰ ਰਾਏ ਬਲਵੰਡ ਅਤੇ ਸੱਤੇ ਡੂਮ ਆਖੀ, ਇਸ ਵੱਲ ਦੇਖਦੇ ਹਾਂ ਤਾਂ ਉਸ ਦੇ ਵਿੱਚ ਫਰਮਾਨ ਹੈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਹੁਣ ਜਦੋਂ ਅਸੀਂ ਅੱਜ ਰਾਜ ਕਰੇਗਾ ਖਾਲਸਾ, ਜਿਹੜਾ ਸਾਡੀ ਅਰਦਾਸ ਦੇ ਵਿੱਚ ਦੋ ਵੇਲੇ, ਜਿਹੜਾ ਅਸੀਂ 3.25 ਸਦੀਆਂ ਤੋਂ ਇਸ ਨੂੰ ਦੁਹਰਾਉਂਦੇ, ਇਸ ਦੇ ਨਾਲ ਨਾਲ ਸਾਡੀ ਅਰਦਾਸ ਦੇ ਇਹ ਸ਼ਬਦ ਜੋ ਅਕਾਲ ਪੁਰਖ ਅੱਗੇ ਅਸੀਂ ਅਰਦਾਸ ਕਰਦੇ ਹਾਂ, ਮੰਗਦੇ ਹਾਂ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ। ਇਸ ਗੱਲ ਦਾ ਧਿਆਨ ਰਹੇ, ਬੋਲ ਬਾਲਾ ਲਫ਼ਜ਼ ਫਾਰਸੀ ਦਾ ਹੈ, ਬਾਲੇ ਦਾ ਮਤਲਬ ਹੈ ਉੱਚਾ, ਖਾਲਸੇ ਦਾ ਬੋਲ ਉੱਚਾ, ਜਿਸ ਨੂੰ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰ ਕਪੂਰ ਸਿੰਘ ਅੰਗਰੇਜ਼ੀ 'ਚ ਇਸ ਦਾ ਟਰਾਂਸਲੇਸ਼ਨ ਕਰਦੇ ਨੇ, ਡਿਸੀਜਨ ਮੇਕਿੰਗ ਪਾਵਰ ਇਜ਼ ਵੈਸਟਡ ਇਨ ਦਾ ਖਾਲਸਾ। ਔਰ ਅੱਜ ਜਦੋਂ ਅਸੀਂ ਯੂਨਾਈਟਿਡ ਨੇਸ਼ਨਸ ਦੇ ਚਾਰਟਰ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਕਾਨਸੈਪਟ ਦੀ ਗੱਲ ਕਰਦੇ ਹਾਂ ਤੇ ਇਹ ਅਲਟੀਮੇਟਲੀ ਖਾਲਸਾ ਜੀ ਕੇ ਬੋਲ ਬਾਲੇ, ਰਾਜ ਕਰੇਗਾ ਖਾਲਸਾ,
ਇਹੀ ਇਸ ਹੱਕ ਨੂੰ ਹੀ ਜਿਹੜਾ ਸਿੱਖ ਪਿਛਲੀਆਂ 3.25 ਸਦੀਆਂ ਤੋਂ ਇਸ ਦੇ ਲਈ ਜਾਂ ਲੜਦੇ ਰਹੇ ਜਾਂ ਇਸ ਨੂੰ ਹਾਸਲ ਕੀਤਾ। ਔਰ ਇਹੀ ਕਾਰਨ ਹੈ ਕਿ ਜਦੋਂ ਭਾਈ ਰਤਨ ਸਿੰਘ ਭੰਗੂ ਖਾਲਸਾ ਪਰਿਭਾਸ਼ਿਤ ਕਰਦੇ ਨੇ, ਡਿਫਾਈਨ ਕਰਦੇ ਨੇ, ਤੇ ਉਹ ਕਹਿੰਦੇ ਨੇ ਖਾਲਸਾ ਬਾਦਸ਼ਾਹ ਜਾਂ ਬਾਗੀ, ਕਿ ਜਾਂ ਖਾਲਸਾ ਸੋਵਰਨ ਹੈ ਤੇ ਜਾਂ ਇਸ ਸੋਵਰਨਿਟੀ ਲਈ ਲੜ ਰਹੇ। ਔਰ ਇਹਨਾਂ 3.25 ਸਦੀਆਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਕਿ ਬੇਸ਼ੱਕ ਸਾਰੇ ਹੀ ਇਹਨਾਂ 3-4 ਸਦੀਆਂ ਦੇ ਵਿੱਚ ਲਗਭਗ 4 ਪਾਵਰਫੁਲ ਸਾਮਰਾਜਾਂ ਨੇ ਸਿੱਖ ਕੌਮ ਨੂੰ, ਸਿੱਖ ਧਰਮ ਨੂੰ ਨੇਸਤੋ ਨਾਬੂਦ ਕਰਨ ਦੇ ਲਈ ਹਰ ਕਿਸਮ ਦੇ ਤੌਰ ਤਰੀਕੇ ਵਰਤੇ। ਉਹ ਪਾਲਿਸੀਜ਼ ਜਿਹੜੀਆਂ ਅੱਜ ਜਿਨ੍ਹਾਂ ਨੂੰ ਨਸਲਕੁਸ਼ੀ ਦੇ ਖਾਤੇ ਦੇ ਵਿੱਚ UN ਚਾਰਟਰ ਬਿਆਨ ਕਰਦੇ ਨੇ, ਉਹ ਉਹਨਾਂ ਨੇ ਲਾਗੂ ਕੀਤੀਆਂ। ਅਸੀਂ ਘੱਲੂਘਾਰਿਆਂ ਦੇ ਇਤਿਹਾਸ ਦੇ ਵਾਰਸ ਹੈ। ਉਹ 18ਵੀਂ ਸਦੀ ਵਿਚਲੇ 2 ਘੱਲੂਘਾਰੇ ਹੋਣ ਜਾਂ 20ਵੀਂ ਸਦੀ ਦੇ ਵਿੱਚ ਜੂਨ 1984 ਦਾ ਘੱਲੂਘਾਰਾ, ਨਵੰਬਰ 1984 ਦਾ ਘੱਲੂਘਾਰਾ, ਔਰ ਨਵੰਬਰ 1984 ਤੋਂ 1994-95 ਤੱਕ ਲਗਭਗ 1 ਦਹਾਈ ਪੰਜਾਬ ਦੇ ਵਿੱਚ ਸਿੱਖਾਂ ਦੀ ਇੱਕ ਪੂਰੀ ਨਸਲ ਨੂੰ ਮਾਰ ਮੁਕਾਣਾ। ਔਰ ਜਿਵੇਂ ਅੱਜ ਵੀ ਜਦੋਂ ਅਸੀਂ ਅੱਜ ਇਹ ਗੱਲਬਾਤ ਕਰ ਰਹੇ ਹਾਂ, 26 ਨਵੰਬਰ ਤੋਂ ਲੱਖਾਂ ਦੀ ਗਿਣਤੀ 'ਚ ਸਾਡੇ ਕਿਸਾਨ ਵੀਰ ਭੈਣਾਂ ਦਿੱਲੀ ਦੀਆਂ ਬਰੂਆਂ 'ਤੇ ਬੈਠੇ ਨੇ। ਔਰ ਇਹ ਜਿਹੜਾ ਜੈਨੋਸਾਈਡ ਕੱਲਾ ਫਿਜ਼ੀਕਲ ਜੈਨੋਸਾਈਡ ਨਹੀਂ ਅੱਜ ਦੀ ਹਕੂਮਤ ਨੇ ਸਾਡੇ 'ਤੇ ਭਰਪਾ ਕੀਤਾ। ਅਸੀਂ ਸਟੈਟਿਸਟੀਕਲ ਜੈਨੋਸਾਈਡ ਦੇਖਦੇ ਹਾਂ, ਅਸੀਂ ਹਿਸਟਰੀ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕਿਵੇਂ ਇਹਨਾਂ ਦੀਆਂ ਟੈਕਸਟ ਬੁੱਕਸ, ਇਹਨਾਂ ਦੇ ਨਾਗਪੁਰ ਵਿੱਚ ਬੈਠੇ ਜਿਹੜੇ RSS ਦੇ ਸਪਾਂਸਰਡ ਸੋ ਕਾਲਡ ਹਿਸਟੋਰੀਅਨਸ ਨੇ, ਉਹ ਕੀ ਖਲਵਾੜ ਕਰ ਰਹੇ ਨੇ। ਪਰ ਇਹ ਜੇ 3 ਕਿਸਾਨ ਕਾਨੂੰਨਾਂ ਦੀ ਗੱਲ ਕਰੀਏ ਤੇ ਇਹ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ। ਔਰ ਲਗਭਗ 85% ਸਿੱਖ ਕਿਸਾਨ ਜਿਨ੍ਹਾਂ ਦੇ ਕੋਲ 5 ਏਕੜ ਤੋਂ ਵੀ ਘੱਟ ਜ਼ਮੀਨਾਂ ਨੇ, ਉਹ ਅਲਟੀਮੇਟਲੀ ਇਸ ਦੀ ਜ਼ਦ ਵਿੱਚ ਆ ਰਹੇ ਨੇ। ਔਰ ਭਵਿੱਖ ਕੀ ਹੋਏਗਾ ਇਹ ਅਸੀਂ ਦੁਨੀਆ ਦੇ ਅੰਦਰ ਜੇ ਦੇਖੀਏ ਕਿ ਜਦੋਂ ਬੇਜ਼ਮੀਨੇ ਲੋਕ ਕਰ ਦਿੱਤੇ ਜਾਂਦੇ ਨੇ, ਫਲਸਤੀਨੀਆਂ ਦੇ ਹਸ਼ਰ ਦੀ ਗੱਲ ਸਾਡੇ ਸਾਹਮਣੇ ਹੈ। ਸੋ ਇਹ ਗੱਲ ਅੱਜ ਹੋਰ ਵੀ ਅਹਿਮੀਅਤ ਵਾਲੀ ਹੈ। ਇਤਿਹਾਸਕ ਪੱਖ ਅਸੀਂ ਮੁਗਲਿਆ ਸਾਮਰਾਜ ਦੇ ਜੜ ਪੁੱਟਣ ਦੀ ਗੱਲ ਇਤਿਹਾਸ ਦੇ ਵਿੱਚ ਕਰਦੇ ਹਾਂ। ਔਰ ਇੱਕ ਬਿਲਕੁਲ ਸੱਚ ਹੈ ਕਿ ਇੱਕ ਪਾਸੇ ਉਸ ਧਰਤੀ ਦੇ ਉੱਤੇ ਉਹ ਮਾਹੌਲ ਸੀ ਜਿਹਨੂੰ ਬਾਬਾ ਬੁੱਲੇ ਸ਼ਾਹ ਨੇ ਇਹ ਕਿਹਾ ਕਿ ਖਾਧਾ ਪੀਤਾ ਲਾਹੇਦਾ ਰਹਿੰਦਾ ਅਹਿਮਦ ਸ਼ਾਹਿਦ ਹੈ। ਅਤੇ ਉਹੀ ਬਾਬਾ ਬੁੱਲੇ ਸ਼ਾਹ ਫਿਰ ਜਦੋਂ ਧਰਤੀ ਦਾ ਖਮੀਰ ਬਦਲਦਾ ਹੈ, ਇਹ ਅਣਖ ਵਾਲੀ ਕੌਮ, ਇਹ ਗੁਰੂ ਨਾਨਕ ਦੀ ਸੱਚ ਸੁਣਾਏ ਸੀ, ਸੱਚ ਕੀ ਬੇਲਾ ਤੇ ਪਹਿਰਾ ਦੇਣ ਵਾਲੀ ਕੌਮ, ਜਿਸ ਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਧੁਰਥੀ ਆਜ਼ਾਦ ਇਹ ਸਤਿਗੁਰ ਦੇ ਬੰਦੇ। ਸੋ ਇਸ ਗੱਲ ਦਾ ਧਿਆਨ ਰਹੇ ਕਿ ਆਜ਼ਾਦੀ ਔਰ ਅੱਜ ਦੇ ਕਾਨਸੈਪਟ ਦੇ ਵਿੱਚ ਜਦੋਂ ਅਸੀਂ ਖਾਲਿਸਤਾਨ ਲਫ਼ਜ਼ ਦਾ ਇਸਤੇਮਾਲ ਕਰਦੇ ਹਾਂ, ਇਹ ਐਗਜ਼ੈਕਟਲੀ ਜੋ UN ਚਾਰਟਰ ਨੇ ਔਰ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਨੇ ਜਿਸ ਹੱਕ ਨੂੰ ਮੰਨਿਆ ਹੋਇਆ ਹੈ, ਇਹੀ ਗੱਲ ਜਿਹੜੀ ਹੈ ਇਹ ਖਾਲਸੇ ਦੇ ਅੰਦਰ ਬਿਲਟ ਇਨ ਹੈ, ਇਨਹੈਰੈਂਟ ਹੈ। ਔਰ ਜਿਸ ਨੇ ਵੀ ਇਸ ਹੱਕ ਨੂੰ ਡਿਨਾਈ ਕਰਨ ਦੀ ਕੋਸ਼ਿਸ਼ ਕੀਤੀ, ਇਸ ਹੱਕ ਤੋਂ ਮੁਨਕਰ ਹੋਣ ਦੀ ਕੋਸ਼ਿਸ਼ ਕੀਤੀ, ਜਦੋਂ ਅਸੀਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਇਹ ਲਫ਼ਜ਼ ਕਹਿੰਦੇ ਆ ਕਿ ਭਾਈ ਇਸ ਤੋਂ ਜਿਹੜਾ ਵੀ ਕੋਈ ਇਨਕਾਰੀ ਹੁੰਦਾ ਫਿਰ ਉਸ ਨੂੰ ਖਾਲਸਾ ਖਵਾਰੀ ਦਿੰਦਾ। ਔਰ ਇਹ ਮੁਗਲਿਆ ਸਾਮਰਾਜ ਵਾਲੇ ਜਾਣਦੇ ਨੇ, ਦਰਾ ਖੈਬਰ ਪਾਰ ਦੇ ਧਾੜਵੀ ਜਾਣਦੇ ਨੇ, ਬ੍ਰਿਟਿਸ਼ ਕਲੋਨੀਅਲਸ ਜਾਣਦੇ ਨੇ। ਔਰ ਅੱਜ ਜਦੋਂ ਅਸੀਂ ਇਸ ਸਟਰਗਲ ਨੂੰ ਪਿਛਲੇ 74 ਸਾਲ ਤੋਂ, ਇਹ ਇਕੱਲੀ ਆਈਡੈਂਟੀਟੀ ਦੀ ਸਟਰਗਲ ਨਹੀਂ ਹੈ, ਇਹ ਇਕੱਲੀ ਅੱਜ ਕਿਸਾਨ ਕਾਨੂੰਨਾਂ ਦੇ ਹਵਾਲੇ ਤੱਕ ਹੀ ਇਹ ਗੱਲ ਮਹਿਦੂਦ ਨਹੀਂ ਹੈ। ਅਸਲ ਦੇ ਵਿੱਚ ਜਿਹੜੀ ਪਾਰਟ ਇਨਹੈਰੈਂਟ ਹੈ, ਜਿਹੜੀ ਸਾਡੇ ਸਾਰੇ ਕਨਸੈਪਟ ਦੇ ਵਿੱਚ ਰਾਜ ਕਰੇਗਾ ਖਾਲਸਾ, ਇਸ ਦਾ ਮਤਲਬ ਹੈ ਕਿ ਖਾਲਸਾ ਸੋਵਰਨ ਹੈ। ਔਰ ਇਸ ਭਾਰਤੀ ਸੰਵਿਧਾਨ ਦੇ ਵਿੱਚ ਨਾ ਸਾਡੀ ਮੁੱਢਲੀ ਧਾਰਮਿਕ ਆਜ਼ਾਦੀ ਨੂੰ ਮੰਨਿਆ ਗਿਆ ਸੀ। ਅੱਜ ਵੀ ਜਦੋਂ ਅਸੀਂ ਭਾਰਤੀ ਕਨਸਟੀਟਿਊਸ਼ਨ ਦੇ ਜਿਹੜਾ ਆਰਟੀਕਲ 25(b) ਦੇ ਥੱਲੇ ਦੇਖਦੇ ਹਾਂ ਕਿ ਕਿਵੇਂ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਐਲਾਨਿਆ ਹੋਇਆ। ਔਰ ਇਹੀ ਕਾਰਨ ਸੀ ਕਿ 2 ਸਿੱਖ ਨੁਮਾਇੰਦੇ ਜਿਹੜੇ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਸਨ, ਸਰਦਾਰ ਭੁਪਿੰਦਰ ਸਿੰਘ ਮਾਨ, ਸਰਦਾਰ ਹੁਕਮ ਸਿੰਘ, ਉਹਨਾਂ ਨੇ ਭਾਰਤੀ ਕਨਸਟੀਟਿਊਸ਼ਨ ਦੇ ਡਰਾਫਟ ਦੇ ਉੱਤੇ ਸਾਈਨ ਕਰਨ ਤੋਂ ਨਾ ਕਰ ਦਿੱਤੀ ਸੀ, ਇਹ ਕਹਿ ਕੇ ਕਿ ਦਿਸ ਇਜ਼ ਬਿਟਰੀਅਲ ਆਫ ਦਾ ਸਿੱਖਸ, ਦਿਸ ਇਜ਼ ਬਿਟਰੀਅਲ ਆਫ ਦਾ ਪ੍ਰੋਮਿਸਿਸ ਮੇਡ ਟੂ ਦਾ ਸਿੱਖਸ, ਵੀ ਰਿਜੈਕਟ ਦਿਸ ਕਨਸਟੀਟਿਊਸ਼ਨ। ਇਹ ਇੱਕ ਹਕੀਕਤ ਹੈ ਕਿ ਬੇਸ਼ੱਕ ਡੀ ਫੈਕਟੋ ਅਸੀਂ ਕੈਪਚਰ ਹੋਏ ਹਾਂ,
ਭਾਰਤ ਦੇ ਨਕਸ਼ੇ ਦੇ ਵਿੱਚ, ਪਰ ਡੀ ਜਿਊਰਿਸ ਅਸੀਂ ਭਾਰਤ ਦੇ ਇਸ ਮੁਲਕ ਨੂੰ ਕਦੇ ਵੀ ਮਾਨਤਾ ਨਹੀਂ ਦਿੱਤੀ ਹੋਈ। ਸਾਡੀ ਸਟਰਗਲ 15 ਅਗਸਤ 1947 ਤੋਂ ਹੀ ਇੱਕਦਮ ਬਾਅਦ ਅਸੀਂ ਦੇਖਦੇ ਹਾਂ ਕਿਵੇਂ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਸਰਕੂਲਰ ਉਸ ਵੇਲੇ ਦੇ ਪ੍ਰਧਾਨ ਮੰਤਰੀ ਨਹਿਰੂ, ਹੋਮ ਮਿਨਿਸਟਰ ਪਟੇਲ ਔਰ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਰਾਹੀਂ ਜਿਹੜੇ ਅੱਡ-ਅੱਡ ਪੰਜਾਬ ਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਸ ਨੇ ਉਹਨਾਂ ਨੂੰ ਸਰਕੂਲੇਟ ਕੀਤਾ ਜਾਂਦਾ ਹੈ। ਜੇ ਅਸੀਂ 1950 ਤੋਂ ਪੰਜਾਬੀ ਸੂਬੇ ਦੀ ਸਟਰਗਲ ਵੱਲ ਦੇਖੀਏ ਕਿ ਕਿਵੇਂ 57,000 ਤੋਂ ਜ਼ਿਆਦਾ ਸਿੱਖ ਗ੍ਰਿਫਤਾਰੀ ਦਿੰਦੇ ਨੇ, ਔਰ ਜਦੋਂ ਪੰਜਾਬੀ ਸੂਬਾ ਬਣਾਉਣਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਮੰਨਿਆ ਵੀ ਜਾਂਦਾ ਹੈ ਤੇ ਕਿਵੇਂ ਮੈਜੋਰਿਟੀ ਪੰਜਾਬੀ ਸਪੀਕਿੰਗ ਏਰੀਆਜ਼ ਹਰਿਆਣਾ ਔਰ ਹਿਮਾਚਲ ਨੂੰ ਦਿੱਤੇ ਜਾਂਦੇ ਨੇ, ਕਿਵੇਂ ਪੰਜਾਬ ਦੇ ਦਰਿਆਈ ਪਾਣੀਆਂ ਦੇ ਉੱਤੇ ਸੈਂਟਰ ਜਿਹੜਾ ਉਹ ਪੂਰੀ ਤਰ੍ਹਾਂ ਕੰਟਰੋਲ ਕਰਦਾ ਹੈ, ਜਿਹੜਾ ਇੰਟਰਨੈਸ਼ਨਲ ਰਾਈਪੇਰੀਅਨ ਲਾਅ ਦੀ ਵੀ ਖਿਲਾਫ ਵਰਜ਼ੀ ਹੈ, ਜਿਹੜੀ ਭਾਰਤ ਦੇ ਆਪਣੇ ਕਨਸਟੀਟਿਊਸ਼ਨ ਦੀ ਵੀ ਖਿਲਾਫ ਵਰਜ਼ੀ ਹੈ, ਔਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਪੰਜਾਬ ਤੋਂ ਖੋਹ ਲਈ ਜਾਂਦੀ ਹੈ। ਫਿਰ ਸਟਰਗਲ ਸ਼ੁਰੂ ਹੁੰਦੀ ਹੈ ਕਿ ਮੁਕੰਮਲ ਪੰਜਾਬ ਨੂੰ ਕੀਤਾ ਜਾਏ, ਸਾਡੇ ਪਾਣੀਆਂ 'ਤੇ ਸਾਨੂੰ ਹੱਕ ਮਿਲੇ। ਔਰ ਧਰਮ ਯੁੱਧ ਮੋਰਚਾ ਜਿਹੜਾ ਇਕੱਲਾ ਭਾਰਤ ਦੇ ਇਤਿਹਾਸ ਦਾ ਹੀ ਨਹੀਂ, ਦੁਨੀਆ ਦੇ ਇਤਿਹਾਸਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇੱਕ ਉਹ ਮੋਰਚਾ ਜਿਹਦੇ 'ਚ 2 ਲੱਖ ਤੋਂ ਜ਼ਿਆਦਾ ਗ੍ਰਿਫਤਾਰੀਆਂ ਹੁੰਦੀਆਂ ਨੇ, ਔਰ ਉਹ ਬਜਾਏ ਕਿ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਜਿਹੜੀਆਂ ਅਨੰਦਪੁਰ ਮਤਾ ਜਿਹੜਾ ਟਰੂ ਫੈਡਰਲ ਸਟਰਕਚਰ ਦੀ ਗੱਲ ਕਰਦਾ ਸੀ, ਉਸ ਨੂੰ ਸੈਂਟਰ ਸਰਕਾਰ ਮੰਨਦੀ, ਉਹਨਾਂ ਨੇ ਕਿਵੇਂ ਕੰਸਪਾਇਰ ਕਰਕੇ ਉਸ ਦੇ ਵਿੱਚ KGB ਦੀ ਵੀ ਸ਼ਮੂਲੀਅਤ ਹੈ, ਉਹਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਦੀ ਵੀ ਸ਼ਮੂਲੀਅਤ ਹੈ, ਉਸ ਦੇ ਵਿੱਚ ਇਜ਼ਰਾਈਲ ਦੀ ਵੀ ਮੋਸਾਦ ਦੀ ਵੀ ਸ਼ਮੂਲੀਅਤ ਹੈ, ਔਰ ਕਿਵੇਂ ਈਵਨ ਜਿਹੜੀ ਇਹਨਾਂ ਦੀ ਇੰਡੋ ਤਿੱਬਤਨ ਬਾਰਡਰ ਫੋਰਸ ਉਹਨਾਂ ਦੇ ਕਮਾਂਡੋ ਵੀ ਇਨਵੋਲਵ ਹੁੰਦੇ ਨੇ। ਸੋ ਕਿਵੇਂ ਫੁੱਲ ਸਕੇਲ ਸ਼੍ਰੀ ਅਕਾਲ ਤਖਤ ਸਾਹਿਬ ਤੇ 37 ਹੋਰ ਇਤਿਹਾਸਕ ਗੁਰਦੁਆਰਿਆਂ 'ਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਜਾਂਦਾ ਹੈ। ਔਰ ਅੱਜ ਜਦੋਂ ਅਸੀਂ ਖਾਲਸਾ ਸਾਜਨਾ ਦਿਵਸ ਨੂੰ ਸੈਲੀਬ੍ਰੇਟ ਕਰ ਰਹੇ ਹਾਂ, ਫਿਰ ਅਜੋਕੇ ਇਤਿਹਾਸ ਦੇ ਸਾਡੇ ਮਹਾਨ ਨਾਇਕ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਦੇ ਸਾਥੀ ਸਿੰਘਾਂ ਨੇ ਜਿਵੇਂ ਦੁਸ਼ਮਣ ਦਾ ਡਟ ਕੇ ਮੁਕਾਬਲਾ ਕੀਤਾ, ਜਿਵੇਂ ਉਹਨਾਂ ਨੇ ਅਕਾਲ ਤਖਤ ਦੀ ਉਸ ਮੀਰੀ ਪੀਰੀ ਦੇ ਤਖਤ ਦੀ ਅਜ਼ਮਤ ਦੇ ਲਈ ਆਪਣੇ ਸਰੀਰਾਂ ਦੇ ਨਜ਼ਰਾਨੇ ਭੇਟ ਕੀਤੇ, ਇਹ ਸਾਡੇ ਲਈ ਉਹ ਵੱਡੀ ਇੰਸਪੀਰੇਸ਼ਨ ਹੈ। ਔਰ ਇਸ ਗੱਲ ਦਾ ਧਿਆਨ ਰਹੇ, ਬੇਸ਼ੱਕ ਰਾਜ ਕਰੇਗਾ ਖਾਲਸਾ ਕਨਸੈਪਟ ਖਾਲਸੇ ਦੇ ਬਰਥ ਦੇ ਨਾਲ ਹੀ ਜੁੜਿਆ ਹੋਇਆ ਹੈ, ਪਰ ਜਦੋਂ ਅਸੀਂ ਅਜੋਕੇ ਕੰਟੈਕਸਟ ਦੇ ਵਿੱਚ ਖਾਸ ਤੌਰ 'ਤੇ 1947 ਤੋਂ ਬਾਅਦ ਦੇਖਦੇ ਹਾਂ, ਸੋ ਸਿੱਖ ਲੀਡਰਸ਼ਿਪ ਦਾ ਇਹ ਯਤਨ ਸੀ ਕਿ ਭਾਰਤੀ ਢਾਂਚੇ 'ਚ ਰਹਿੰਦੇ ਹਾਂ, ਜੇ ਅਸੀਂ ਆਪਣੀਆਂ ਸਿਆਸੀ ਐਸਪੀਰੇਸ਼ਨਸ, ਆਪਣੀ ਧਾਰਮਿਕ ਪਛਾਣ, ਆਪਣੇ ਆਰਥਿਕ ਹਿੱਤਾਂ ਨੂੰ ਸੁਰੱਖਿਅਤ ਕਰ ਸਕੀਏ ਤੇ ਇਹ ਇੱਕ ਚੰਗਾ ਸੋਲਿਊਸ਼ਨ ਹੋਏਗਾ। ਅਨੰਦਪੁਰ ਸਾਹਿਬ ਦਾ ਮਤਾ ਉਸ ਦਾ ਫਾਈਨਲ ਅਟੈਂਪਟ ਸੀ, ਔਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਲਫ਼ਜ਼ ਕਿ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ ਬਰਾਬਰ ਦੇ ਸ਼ਹਿਰੀ ਬਣ ਕੇ। ਇਹ ਇਹਨਾਂ ਨੇ ਦੇਖਣਾ ਕਿ ਸਾਨੂੰ ਨਾਲ ਰੱਖਣਾ ਕਿ ਨਹੀਂ ਰੱਖਣਾ, ਪਰ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਔਰ ਅਸੀਂ ਇਹ ਸਮਝਦੇ ਹਾਂ ਕਿ ਜੂਨ 1984 ਤੋਂ ਬਾਅਦ ਰਾਜ ਕਰੇਗਾ ਖਾਲਸਾ ਦਾ ਕਨਸੈਪਟ ਸਾਡੇ ਲਈ ਖਾਲਿਸਤਾਨ ਦੀ ਕਾਇਮੀ ਦੇ ਨਾਲ ਜੁੜਿਆ ਹੋਇਆ, ਔਰ ਜਿੱਥੇ ਅਸੀਂ 3.25 ਸਦੀਆਂ ਦੇ ਖਾਲਸਾ ਇਤਿਹਾਸ ਦੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਅੱਜ ਦੇ ਦਿਨ ਆਪਣੀਆਂ ਯਾਦਾਂ ਵਿੱਚ ਲਿਆ ਰਹੇ ਹਾਂ, ਉੱਥੇ ਖਾਸ ਤੌਰ 'ਤੇ ਪਿਛਲੇ 4 ਦਹਾਕਿਆਂ ਦੇ ਉਹ ਖਾਲਿਸਤਾਨ ਦੇ ਜੁਝਾਰੂ ਸਿੰਘ ਸਿੰਘਣੀਆਂ ਜਿਨ੍ਹਾਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ 'ਤੇ ਪੰਨੇ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ੍ਹ ਸ਼ਾਨ ਮਤਾ ਹੋਏ, ਮਾਣ ਮਤਾ ਹੋਏ, ਉਹਨਾਂ ਨੂੰ ਵੀ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ। ਔਰ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਦੁਨੀਆ ਭਰ ਦੇ ਵਿੱਚ 35 ਮਿਲੀਅਨ ਤੋਂ ਜ਼ਿਆਦਾ ਸਿੱਖ ਕੌਮ ਜਿਹੜੀ ਆਪਣੀ ਧਰਤੀ ਦੇ ਨਾਲ ਪਿਆਰ ਕਰਦੀ ਹੈ, ਜਿਹੜੀ ਅੱਜ ਜੇ ਕਿਸਾਨ ਸੰਘਰਸ਼ ਦੇ ਹਵਾਲੇ ਨਾਲ ਦੇਖੀਏ ਤਾਂ ਇੱਕ ਵੱਡਾ ਯੋਗਦਾਨ ਡਾਇਸਪੋਰਾ ਸਿੱਖਾਂ ਦਾ ਹੈ, ਪਰ ਜਿਉਂ-ਜਿਉਂ ਇਹ ਅਨਿਆਂ ਕਰਨ ਵਾਲੇ ਦਿੱਲੀ ਦੇ ਸਾਮਰਾਜ, ਇੰਦਰਾ ਗਾਂਧੀ ਤੋਂ ਨਰਿੰਦਰ ਮੋਦੀ ਤੱਕ ਕਿੰਨੇ ਦਰਜਨ ਤੋਂ ਜ਼ਿਆਦਾ ਪ੍ਰਾਈਮ ਮਿਨਿਸਟਰ ਬਦਲੇ ਨੇ, ਕਿੰਨੇ ਕਮਿਸ਼ਨ ਇਸ ਸਾਰੇ ਪੀਰੀਅਡ 'ਚ ਆਏ ਕਿ ਸਾਨੂੰ ਸਾਡੀ ਜਿਹੜਾ ਨਾਲ ਜੋ ਧੱਕਾ ਹੋਇਆ ਉਸ ਦਾ ਇਨਸਾਫ ਮਿਲੇ,
ਔਰ ਲੇਟੈਸਟ ਜੇ ਅਸੀਂ ਦੇਖੀਏ ਕਿ 2015 ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ ਨੇ, ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ, ਪਵਿੱਤਰ ਅੰਗ ਬਰਗਾੜੀ ਦੇ ਵਿੱਚ ਖਿਲਾਰੇ ਜਾਂਦੇ ਨੇ। ਔਰ ਜੇ ਸਿੱਖ ਪੀਸਫੁਲੀ ਪ੍ਰੋਟੈਸਟ ਕਰਦੇ ਨੇ ਬਹਿਬਲ ਕਲਾਂ, ਕੋਟ ਕਪੂਰਾ ਦੇ ਵਿੱਚ, ਤੇ ਉਹਨਾਂ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ, ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ, ਔਰ ਫਿਰ ਸਿੱਖਾਂ ਨੂੰ ਹੀ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਜਿਹੜੇ ਇਸ ਸਾਰੇ ਪੀਰੀਅਡ ਦੇ ਵਿੱਚ ਇੱਕ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਔਰ ਹੁਣ ਜਿਵੇਂ ਕਿ ਕੁੰਵਰ ਵਿਜੇਪਾਲ ਸਿੰਘ ਨੇ ਆਪਣੀ ਰਿਪੋਰਟ ਦਿੱਤੀ ਔਰ ਜਿਵੇਂ ਹਾਈ ਕੋਰਟ ਨੇ ਉਹਨੂੰ ਥਰੋ ਆਊਟ ਕੀਤਾ, 5 ਸਾਲ ਬੀਤ ਗਏ ਨੇ। ਜਿਸ ਧਰਤੀ ਦੇ ਉੱਤੇ ਨਾ ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਸੁਰੱਖਿਅਤ ਨੇ, ਨਾ ਖਾਲਸਾ ਪੰਥ ਸੁਰੱਖਿਅਤ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਅੱਜ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਉਸ ਤੋਂ ਬਾਅਦ ਕਿੰਨੀਆਂ ਹੋਰ ਘਟਨਾਵਾਂ ਹੋਈਆਂ ਨੇ, ਤੇ ਇੱਕਦਮ ਮੇਰੇ ਧਿਆਨ ਦੇ ਵਿੱਚ ਉਹ ਅਰਦਾਸ ਆਉਂਦੀ ਹੈ ਜਿਹੜੀ ਵੱਡੇ ਘੱਲੂਘਾਰੇ ਤੋਂ ਬਾਅਦ ਇੱਕ ਨਿਹੰਗ ਸਿੰਘ ਨੇ ਕੀਤੀ ਸੀ ਗੁਰੂ ਦੇ ਅੱਗੇ ਨਤਮਸਤਕ ਹੁੰਦਿਆਂ ਸਾਰੇ ਪੰਥ ਵੱਲੋਂ ਕਿ ਸਤਿਗੁਰੂ ਪੰਥ ਕੀ ਰਾਖੋਗੇ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਨਾ ਰਹਾ ਤੋ ਤੇਰਾ ਗ੍ਰੰਥ ਕੌਣ ਮਾਨੇਗਾ। हे ਸਤਿਗੁਰੂ ਬੋੜੀ ਕਰੋ, ਪੰਥ ਦੀ ਰੱਖਿਆ ਕਰੋ। ਜੇ ਪੰਥ ਰਹੇਗਾ ਤਾਂ ਗੁਰੂ ਗ੍ਰੰਥ ਸਾਹਿਬ ਦਾ ਮਾਨਵ ਕਲਿਆਣਕਾਰੀ, ਵਿਸ਼ਵ ਕਲਿਆਣਕਾਰੀ, ਸਰਬੱਤ ਦੇ ਭਲੇ ਦਾ ਸੁਨੇਹਾ ਦੁਨੀਆ ਭਰ 'ਚ ਪਹੁੰਚੇਗਾ। ਜੇ ਪੰਥ ਹੀ ਨਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਦੁਨੀਆ ਨੂੰ ਕੌਣ ਦੱਸੇਗਾ। ਸੋ ਰਾਜ ਕਰੇਗਾ ਖਾਲਸਾ ਮਹਿਜ਼ ਇੱਕ ਸਲੋਗਨ ਨਹੀਂ ਹੈ, ਇਹ ਮਹਿਜ਼ ਇੱਕ ਟ੍ਰੈਡੀਸ਼ਨ ਜਾਂ ਪਰੰਪਰਾ ਨਹੀਂ ਹੈ, ਇਹ ਮਹਿਜ਼ ਕਿਸੇ ਗੱਲ ਦਾ ਦੁਹਰਾ ਨਹੀਂ ਹੈ, ਇਹ ਸਾਡਾ ਪੋਲੀਟੀਕਲ ਟੀਚਾ ਹੈ। ਔਰ ਜਦੋਂ ਤੱਕ ਅਸੀਂ ਉਸ ਖਿੱਤੇ ਦੇ ਅੰਦਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਕਾਇਮ ਨਹੀਂ ਕਰ ਲੈਂਦੇ, ਉਸ ਨੂੰ ਲਿਬਰੇਟ ਨਹੀਂ ਕਰਵਾ ਲੈਂਦੇ, ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ। ਔਰ ਇਹ ਗੱਲ ਸਾਨੂੰ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਬੇਸ਼ੱਕ ਕੋਈ ਕਿਸੇ ਵੀ ਖੇਤਰ 'ਚ ਰਹਿੰਦੇ ਆ ਆਪਣਾ ਯੋਗਦਾਨ ਪਾ ਰਿਹਾ। ਹਮੇਸ਼ਾ ਸਾਡੇ ਸਾਹਮਣੇ ਅਨੰਦਪੁਰ ਸਾਹਿਬ ਦਾ ਉਹ ਜਿਹੜਾ ਸੰਕਲਪ ਰਹਿਣਾ ਚਾਹੀਦਾ। ਭਾਈ ਨੰਦ ਲਾਲ ਕਲਮ ਚਲਾ ਰਹੇ ਨੇ, ਭਾਈ ਕਨ੍ਹਈਆ ਪਾਣੀ ਦੀ ਮਸ਼ਕ ਨਾਲ ਸੱਜਣ ਤੇ ਦੁਸ਼ਮਣ ਸਭ ਚੋਂ ਗੁਰੂ ਕਲਗੀਧਰ ਪਾਤਸ਼ਾਹ ਦਾ ਦੀਦਾਰ ਕਰ ਰਹੇ ਨੇ। ਪਰ ਭਾਈ ਬਚਿੱਤਰ ਸਿੰਘ ਦੀ ਨਾਗਣੀ ਗੁਲਾਮੀ ਦੇ ਸੰਗਲ ਕੱਟ ਰਹੀ ਹੈ। ਅੱਜ ਵੀ ਇਸ ਗੱਲ ਦੇ ਉੱਤੇ ਪਹਿਰਾ ਦਿੰਦੇ ਆ ਕਿ ਕੁਝ ਮਤਭੇਦ ਵੀ ਹੋ ਸਕਦੇ ਨੇ, ਅਪਰੋਚ ਵੀ ਵੱਖਰੀ ਹੋ ਸਕਦੀ ਹੈ, ਪਰ ਬਿਨਾਂ ਖਾਲਿਸਤਾਨ ਦੀ ਕਾਇਮੀ ਤੋਂ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਹੋਣਾ। ਇਹ ਇੱਕ ਨਿਸ਼ਚੈਵਾਚਕ ਸੱਚ ਹੈ। ਸਤਿਗੁਰੂ ਰਹਿਮਤ ਕਰਨ, ਇਹ ਇਕਰਾਰਨਾਮਾ ਹੈ 10ਵੇਂ ਪਾਤਸ਼ਾਹ ਦਾ ਪੰਥ ਦੇ ਨਾਲ। ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਗੁਰੂ ਨੇ ਬੇਕਰੇ ਸਾਨੂੰ ਨਹੀਂ ਰਹਿਣ ਦੇਣਾ। ਸਾਡਾ ਸਿਦਕ, ਸਾਡਾ ਭਰੋਸਾ, ਸਾਡਾ ਵਿਸ਼ਵਾਸ ਕਾਇਮ ਰਹਿਣਾ ਚਾਹੀਦਾ ਹੈ। ਔਰ ਅੱਜ ਅਸੀਂ ਜੇਲ੍ਹਾਂ 'ਚ ਬੈਠੇ ਉਹਨਾਂ ਆਪਣੇ ਵੀਰ ਭੈਣਾਂ ਨੂੰ ਵੀ ਯਾਦ ਕਰਦੇ ਹਾਂ ਜਿਨ੍ਹਾਂ ਨੇ ਕੌਮ ਦੀ ਆਜ਼ਾਦੀ ਦੇ ਲਈ ਪੇਸ਼ਕਦਮੀ ਕੀਤੀ। ਔਰ ਅੱਜ ਭਾਰਤ ਭਰ ਦੀਆਂ ਜੇਲ੍ਹਾਂ ਦੇ ਵਿੱਚ ਕਿਵੇਂ ਕਈ 20-20 ਸਾਲ ਤੋਂ ਜ਼ਿਆਦਾ ਵਰ੍ਹਿਆਂ ਤੋਂ ਬਾਅਦ ਵੀ ਆਪਣੀਆਂ ਸਜ਼ਾਵਾਂ ਕੱਟਣ ਦੇ ਬਾਵਜੂਦ ਜਿਹੜੇ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ। ਤਾਜ਼ਾ ਗ੍ਰਿਫਤਾਰੀਆਂ ਵੀ ਲਗਾਤਾਰਤਾ ਨਾਲ ਹੋ ਰਹੀਆਂ ਨੇ। ਪੰਜਾਬ ਦੇ ਵਿੱਚ ਹਰਾਸਮੈਂਟ ਦਾ ਇੱਕ ਬਰਾਬਰ ਦੌਰ ਹੈ ਔਰ ਇੰਟੈਲੀਜੈਂਸ ਏਜੰਸੀਆਂ ਬਰਾਬਰ ਆਪਣੀ ਗੰਦੀ ਖੇਡ ਖੇਡ ਰਹੀਆਂ ਨੇ। ਸਤਿਗੁਰੂ ਰਹਿਮਤ ਕਰਨ, ਅਲਟੀਮੇਟਲੀ ਅਸੀਂ ਆਜ਼ਾਦ ਹੋਵਾਂਗੇ। ਉਸ ਧਰਤੀ ਦੇ ਉੱਤੇ ਸੱਚ, ਹੱਕ, ਇਨਸਾਫ ਦਾ ਸੂਰਜ ਰੋਸ਼ਨਾਏਗਾ। ਗੁਰੂ ਕਲਗੀਧਰ ਪਾਤਸ਼ਾਹ ਦਾ ਫਰਮਾਨ ਸੱਤ ਸਾਬਤ ਹੋਏਗਾ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲेंगे, ਬਚੇ ਸ਼ਰਨ ਜੋ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।